ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਗੁਰੂ ਨਾਨਕ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਗੁਰੂ ਨਾਨਕ ਦੇ ਉਸ ਮਿਸ਼ਨ ਨੂੰ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਜ਼ਿੰਦਗੀ ਮਨੁੱਖ ਨੂੰ ਮਨੁੱਖ ਦੇ ਨਾਲ ਜੋੜਨ ਦਾ ਯਤਨ ਕੀਤਾ। ਮਸਕੀਨ ਜੀ ਨੇ ਵੀ ਸ਼ਬਦ ਗੁਰੂ ਨੂੰ ਆਧਾਰ ਬਣਾ ਕੇ ਮਨੁੱਖਤਾ ਨੂੰ ਮਨੁੱਖਤਾ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ। ਮਸਕੀਨ ਸਾਹਿਬ ਜੀ ਦੇ ਨਾਲ ਜਿੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਧਰਮਾਂ ਦੇ ਲੋਕ ਪਿਆਰ ਕਰਦੇ ਸਨ ਔਰ ਉਹਨਾਂ ਦੇ ਨਾਲ ਚੱਲਣਾ ਫ਼ਕਰ ਦੀ ਗੱਲ ਸਮਝਦੇ ਸਨ। ਮਸਕੀਨ ਸਾਹਿਬ ਜੀ ਕਿਉਂਕਿ ਜਿਹੜੇ ਸਮੁੰਦਰ ਦੇ ਨਾਲ ਜੁੜ ਜਾਂਦੇ ਨੇ ਨਾ, ਜੈਸੇ ਨਦੀ ਸਮੁੰਦਰ ਦੇ ਨਾਲ ਜੁੜ ਕੇ ਸਮੁੰਦਰ ਦਾ ਰੂਪ ਹੋ ਜਾਂਦੀ ਏ, ਐਸੇ ਤਰ੍ਹਾਂ ਹੀ ਆਤਮਾ ਪਰਮਾਤਮਾ ਦੇ ਨਾਲ ਜੁੜ ਕੇ ਮਹਾ ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਜਿਤਨਾ ਵੱਡਾ ਉਹ ਪਰਮਾਤਮਾ ਹੈ ਉਤਨੀ ਹੀ ਵੱਡੀ ਉਸ ਦੀ ਹਸਤੀ ਬਣ ਜਾਂਦੀ ਹੈ। ਜੈਸੇ ਬਾਬਾ ਫਰੀਦ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਐਸੇ ਸੰਤਾਂ ਮਹਾਂਪੁਰਸ਼ਾਂ ਦੀ ਅੰਦਰ ਦੀ ਗੱਲ ਕੀਤੀ ਹੈ ਕਿ ਉਹ ਅੰਦਰੋਂ ਕਿਤਨੇ ਮਹਾਸਾਗਰ ਹੁੰਦੇ ਨੇ ਪਰ ਬਾਹਰ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ, ਉਹ ਪਤਾ ਨਹੀਂ ਲੱਗਣ ਦਿੰਦੇ। ਸਬਰ ਅੰਦਰ ਸਾਬਰੀ ਤਨ ਐਵੇਂ ਜਾਲੇਨ, ਹੋਣ ਨਜੀਕ ਖੁਦਾਏ ਦੇ ਭੇਦ ਨ ਕਿਸੇ ਦੇਨ। ਸਬਰ ਦੇ ਵਿੱਚ ਰਹਿ ਕੇ, ਕਿਉਂਕਿ ਸਬਰ ਹੀ ਮਨੁੱਖ ਨੂੰ ਟਿਕਣ ਦੀ ਅਵਸਥਾ ਤੱਕ ਲੈ ਜਾਂਦਾ। ਜੇ ਸਬਰ ਨਹੀਂ ਹੈ ਤਾਂ ਬੰਦਾ ਜੋ ਕੁਛ ਹੁੰਦਾ ਹੈ ਉਸ ਤੋਂ 100 ਗੁਣਾ ਆਪਣੇ ਆਪ ਨੂੰ ਹੋਰ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੋਵੇ। ਜੇ ਅੰਦਰ ਸਬਰ ਨਾ ਹੋਵੇ ਤੇ ਜੇ ਕਿਤੇ ਅੰਦਰ ਸਬਰ ਟਿਕ ਜਾਏ ਆ ਕੇ ਤੇ ਫਿਰ ਬੰਦਾ ਜੋ ਕੁਛ ਵੀ ਹੁੰਦਾ ਹੈ ਨਾ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਨ ਹਰ ਪਾਇਓ ਤਿਨੇ ਛੁਪਾਇਓ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਮੇਰੇ ਛੁਪੇ ਰਹਿਣ ਦੀ ਚਾਹ, ਮੈਂ ਛੁਪ ਜਾਣਾ ਚਾਹੁੰਦਾ ਹਾਂ। ਬਾਬਾ ਫਰੀਦ ਵੀ ਕਹਿੰਦੇ ਨੇ ਕਿ ਹੋਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਹੁੰਦੇ ਰੱਬ ਦੇ ਬਿਲਕੁਲ ਕਰੀਬ ਨੇ ਪਰ ਕਿਸੇ ਨੂੰ ਭੇਦ ਨਹੀਂ ਦਿੰਦੇ ਹਨ ਕਿ ਮੇਰੀ ਹਸਤੀ ਕਿਤਨੀ ਹੈ, ਮੇਰੀ ਅਵਸਥਾ ਕੀ ਹੈ, ਮੇਰੀ ਸ਼ਕਤੀ ਕਿਤਨੀ ਹੈ। ਕਿਸੇ ਨੂੰ ਭੇਦ ਨਹੀਂ ਦਿੰਦੇ ਹਨ, ਨਾ ਹੀ ਆਪਣੀ ਅਵਸਥਾ ਦਾ ਲੋਕਾਂ ਦੇ ਵਿੱਚ ਪ੍ਰਦਰਸ਼ਨ ਕਰਦੇ ਹਨ। ਔਰ ਉਹਨਾਂ ਦੀ ਹਸਤੀ ਇਤਨੀ ਵੱਡੀ ਬਣ ਜਾਂਦੀ ਹੈ ਕਿ ਸਬਰ ਇਹ ਸੁਆਓ ਜੇ ਤੂੰ ਬੰਦਾ ਦਿੜ ਕਰੇ। ਵੱਧ ਥੀਵੇ ਦਰਿਆਓ ਟੁੱਟ ਨਾ ਥੀਵੇ ਵਾਹੜਾ। ਉਹ ਫਿਰ ਜਿਹੜੇ ਸਬਰ ਨੂੰ ਦ੍ਰਿੜ ਕਰ ਲੈਂਦੇ ਹਨ, ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹਨ, ਉਹ ਫਿਰ ਵੱਧ ਥੀਵੇ ਦਰਿਆਓ, ਫਿਰ ਵੱਧ ਕੇ ਇਤਨੇ ਮਹਾਸਾਗਰ ਬਣ ਜਾਂਦੇ ਹਨ, ਵੱਡਾ ਇੱਕ ਦਰਿਆ ਬਣ ਜਾਂਦੇ ਹਨ ਜਿਹਦੇ ਵਿੱਚ ਛੋਟੇ ਮੋਟੇ ਗੰਦੇ ਨਾਲੇ ਨਾਲੀਆਂ ਸਾਰੇ ਉਹਦੇ ਵਿੱਚ ਸਮਾ ਜਾਂਦੇ ਨੇ, ਪਰ ਉਹਨਾਂ ਸਾਰਿਆਂ ਨੂੰ ਆਪਣੇ ਵਰਗਾ ਬਣਾ ਲੈਂਦਾ ਦਰਿਆ। ਸੰਤ ਮਹਾਂਪੁਰਸ਼ ਵੀ ਇਸ ਤਰ੍ਹਾਂ ਹੀ ਹੁੰਦੇ ਨੇ। ਜੈਸੇ ਸਮੁੰਦਰ ਦੇ ਵਿੱਚ ਚਾਰੋਂ ਦਿਸ਼ਾਵਾਂ ਤੋਂ ਨਦੀਆਂ ਆ ਕੇ ਵਿੱਚ ਪੈਂਦੀਆਂ ਨੇ, ਸਾਰੀ ਧਰਤੀ ਦਾ ਸਮਝ ਲਓ ਕਿ ਗੰਦਾ ਪਾਣੀ ਨਦੀਆਂ ਵਿੱਚ ਪੈਂਦਾ ਹੈ, ਨਦੀਆਂ 'ਚ ਪੈ ਕੇ ਸਮੁੰਦਰ ਵਿੱਚ ਪੈਂਦਾ ਹੈ ਅਤੇ ਸਮੁੰਦਰ ਵਿੱਚ ਪੈ ਕੇ ਨਿਰਮਲ ਹੋ ਜਾਂਦਾ ਉਹ ਪਾਣੀ। ਫਿਰ ਉਹ ਸਮੁੰਦਰ ਦਾ ਹੀ ਰੂਪ ਹੁੰਦਾ ਹੋਵੇ। ਉਹ ਫਿਰ
कुछ पता नहीं चलता है भी कौन कौन इस दे विच है। संत महापुरुष भी ऐसी महान हस्ती होंदी है कि फिर उन्हां दे कोल चोर आ जान, डाकू आ जान, लोभी लालची मनुख, झूठे मनुख, गंदे मनुख, साकत मनुख, कोई भी आ जान, वो उस महासागर दे विच समा जांदे ने। उन सारिਆਂ ਨੂੰ फिर वो अपने जैसा कर लेंदे ने, वो बिल्कुल अपने वर्गे ही बना लेंदे हैं। मस्कीन जी दा भी यही सुभाव सी कि मेरे छुपे रहन दी चाह। मस्कीन जी दी अवस्था कितनी उच्ची सी, जां वो किस मंजिल तक पहुँच चुके सन, बाहर दे किसे मनुख दा उन्हां नूं समझ सकना ये मुश्किल काम सी है। ये तो इस तरह ही समझ लो जैसे एवड ऊंचा होवे कोय, तिस ऊंचे को जाने सोए। ये तो जेड़ा इतनी उच्ची अवस्था दा कोई मालिक होवे तो वही समझ सकदा सी बस, और नहीं। और जिन्हां ने समझिया मस्कीन जी नूं, वो दूरों लभदे होए मस्कीन जी दे कोल पहुँच गए, या मस्कीन जी लभदे होए उन्हां दे कोल पहुँच गए हैं। मैं पिछे बहुत सारा जिक्र कर चुका हाँ ऐसा। मस्कीन जी भी रब दे कितने नेड़े सन, पर कदी किसे नूं भेद नहीं दिता उन्होंने, कदी अपने मूँह चों अपनी तारीफ नहीं कीती है, कदी भी नहीं कीती है। और अजकल जैसे लोगों नूं असीं देखते हैं ना, कई साधु संत महंत होर कई लोग बाकायदा उन्होंने एजेंट रखे होंदे ने अपने नाल। मस्कीन जी दा ते एक सीधा साधारण जिहा सुभाव सी, बिल्कुल बहुत साधारण जीवन सी उन्हां दा। लेकिन अजकल देखते हैं कितने पखंड लोग करते हैं अपने आप नूं बहुत ज़्यादा हाईलाइट करने वास्ते, बहुत ज़्यादा। वड्डियां वड्डियां गड्डियां होणगियां, नाल 5-7 उन्हां दे चेले चाटड़े, कई एजेंट नाल होंदे ने जिहड़े संगत दे विच उन्हां दा प्रचार करते फिरदे हैं। कईयां ने तो बकायदा पक्के एजेंट रखे होंदे ने, जिवें पंजाबी दी कहावत है भी तू मैनू मुल्ला मुल्ला आखी जा ते मैं तैनू काजी काजी कही जावांगा, तू मेरी तारीफ कर ते मैं तेरी तारीफ करां। मैं संगत दे विच कई ऐसे बिठाए होंदे ने भी मैं कथा करनी है, तू जकारे छड्डी जावेंगी। बल्कि ऐसे भी देखण विच आए ने जिहड़े पहले ही प्रबंधकां दे कन विच कह दिंदे ने वे तुसी मेरे नाम दे नाल ए लकब जोड़ के ते संगत दे विच तुसी कहना वे, आपे दस दिंदे ने अपने मूँह। लेकिन मस्कीन साहब जी ने कभी भी ऐसा नहीं किया है, बल्कि कई बारी कोई उन्हां दे बारे बोलदा सी ना, तो मस्कीन जी कमरे विच उसनूं बुला के समझा देंदे सन, पुरखा इस तरह नहीं बोलीदा है, गुरु नानक दे सामने साडी की औकात है, असी की हाँ गुरु नानक दे सामने। गुरु ग्रंथ साहब दे सामने केवल गुरु ग्रंथ साहब जी की सिफत होवे, बस होर किसे दी ना होवे। ये मस्कीन जी का सुभाव हुंदा सी। इतनी उच्ची ते सुच्ची अवस्था दे मालिक सन मस्कीन साहब जी, जिथे हिंदू मुस्लिम उन्हां दे नाल चलदे सन। मैं विशेष तौर पर एक जिक्र करना चाहना, मस्कीन जी दे नाल एक अंग्रेज भी चलदा हुंदा सी जिहदा नाम सी लू सिंह। 1900
47 ਵੇਲੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਹਿੰਦੁਸਤਾਨ ਦੇ ਵਿੱਚ, ਅੰਗਰੇਜ਼ ਫੌਜ ਦੇ ਵਿੱਚ ਇਹ ਫੌਜੀ ਹੋਇਆ ਕਰਦਾ ਸੀ ਲੂਹ ਸਿੰਘ, ਔਰ ਸਿੱਖ ਰੈਜੀਮੈਂਟ ਦੇ ਨਾਲ ਇਹਦੇ ਬੜੇ ਕਰੀਬੀ ਸੰਬੰਧ ਸਨ। ਇਹ ਸਿੱਖ ਫੌਜੀਆਂ ਦੇ ਕੋਲ ਜਾ ਕੇ ਜਦ ਬੈਠਦਾ ਸੀ ਨਾ ਤਾਂ ਬੜਾ ਪ੍ਰਭਾਵਿਤ ਹੁੰਦਾ ਸੀ, ਖਾਸ ਕਰਕੇ ਜਦੋਂ ਉਹ ਨਿਤਨੇਮ ਕਰਦੇ ਸਨ ਨਾ, ਸਿੱਖ ਫੌਜੀ ਸਾਰੇ ਆਪਸ ਵਿੱਚ ਮਿਲ ਕੇ ਜਿਸ ਵੇਲੇ ਬਾਣੀ ਪੜ੍ਹਦੇ ਸਨ ਜਾਂ ਕਥਾ ਕੀਰਤਨ ਹੁੰਦਾ ਸੀ, ਇਹ ਲੂਹ ਸਿੰਘ ਜਾ ਕੇ ਸੰਗਤ ਵਿੱਚ ਬੈਠਦਾ ਹੁੰਦਾ ਸੀ ਔਰ ਬੜਾ ਪ੍ਰਭਾਵਿਤ ਹੁੰਦਾ ਸੀ। 47 ਤੋਂ ਬਾਅਦ ਜਦ ਅੰਗਰੇਜ਼ ਚਲੇ ਗਏ ਤਾਂ ਫਿਰ ਇਹ ਵੀ ਚਲਾ ਗਿਆ ਨਾਲ। ਲੇਕਿਨ ਗੁਰਬਾਣੀ ਦਾ ਬੀਜ ਇਸ ਦੇ ਮਨ ਦੇ ਵਿੱਚ ਬੀਜਿਆ ਗਿਆ ਔਰ ਇਹਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ। 10 ਪਾਤਸ਼ਾਹੀਆਂ ਦੇ ਇਤਿਹਾਸ ਦੀ ਇਸਨੇ ਸਟੱਡੀ ਕੀਤੀ, ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਸਟੱਡੀ ਕੀਤੀ ਇਸਨੇ, ਔਰ ਇਤਨਾ ਪ੍ਰਭਾਵਿਤ ਹੋਇਆ ਕਿ ਫਿਰ ਅੰਮ੍ਰਿਤ ਛਕ ਕੇ ਤੇ ਸਿੰਘ ਸਜਿਆ, ਸਿੰਘ ਸਜ ਗਿਆ। ਕਾਲੇ ਕੱਪੜੇ ਪਹਿਨਦਾ ਸੀ ਸਾਰੇ, ਦਸਤਾਰ ਵੀ ਕਾਲੀ ਸਜਾਉਂਦਾ ਸੀ ਔਰ ਦਸਤਾਰ ਦੇ ਉੱਤੇ ਖੰਡਾ ਲਗਾਉਂਦਾ ਸੀ ਉੱਪਰ ਬਕਾਇਦਾ। ਆਪਣੇ ਹੱਥ ਵਿੱਚ ਵੀ ਇੱਕ ਲੱਕੜ ਦਾ ਖੰਡਾ ਰੱਖਿਆ ਕਰਦਾ ਸੀ ਇਹ, ਔਰ ਅੰਗਰੇਜ਼ੀ ਦੇ ਵਿੱਚ ਉਸ ਖੰਡੇ ਦੀ ਇਹ ਵਿਆਖਿਆ ਕਰਦਾ ਸੀ, ਅੰਗਰੇਜ਼ੀ 'ਚ ਕਥਾ ਕਰਦਾ ਸੀ ਇਹ ਗੁਰਦੁਆਰਿਆਂ ਵਿੱਚ ਜਾ ਕੇ। ਮਸਕੀਨ ਜੀ ਜਦ ਇੰਗਲੈਂਡ ਗਏ ਤਾਂ ਫਿਰ ਉੱਥੇ ਕਥਾ ਦੇ ਦੌਰਾਨ ਇਹ ਮਸਕੀਨ ਜੀ ਨੂੰ ਮਿਲਿਆ ਔਰ ਬੜਾ ਪ੍ਰਭਾਵਿਤ ਹੋਇਆ। ਫਿਰ ਮਸਕੀਨ ਜੀ ਦੇ ਨਾਲ ਹੀ ਜਿਤਨਾ ਚਿਰ ਮਸਕੀਨ ਜੀ ਇੰਗਲੈਂਡ ਰਹਿੰਦੇ ਸਨ, ਇਹ ਵੀ ਉਹਨਾਂ ਦੇ ਨਾਲ ਚੱਲਦਾ ਹੁੰਦਾ ਸੀ। ਤੇ ਕਹਿੰਦਾ ਮਸਕੀਨ ਜੀ ਮੈਂ ਇੰਡੀਆ ਵਿੱਚ ਆਉਣਾ ਤੁਹਾਡੇ ਕੋਲ। ਮਸਕੀਨ ਜੀ ਨੇ ਆਖਿਆ ਠੀਕ ਹੈ, ਜ਼ਰੂਰ ਆਓ ਤੁਸੀਂ। ਔਰ ਇਹ ਇੰਡੀਆ ਦੇ ਵਿੱਚ ਵੀ ਤਕਰੀਬਨ 2 ਵਾਰੀ ਅਲਵਰ ਸਮਾਗਮ ਦੇ ਵਿੱਚ ਵੀ ਆਇਆ ਔਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਉੱਥੇ ਵੀ ਇਸਨੇ ਮਸਕੀਨ ਜੀ ਤੋਂ ਪਹਿਲੇ ਜਾਂ ਬਾਅਦ ਵਿੱਚ 10 ਮਿੰਟ ਇਸ ਨੂੰ ਟਾਈਮ ਦਿੱਤਾ ਜਾਂਦਾ ਸੀ ਅਤੇ ਅੰਗਰੇਜ਼ੀ ਦੇ ਵਿੱਚ ਉੱਥੇ ਕਥਾ ਕਰਦਾ ਸੀ ਇਹ। ਅਲਵਰ ਵੀ ਅਤੇ ਹੋਰ ਸ਼ਹਿਰਾਂ ਵਿੱਚ ਵੀ ਗਿਆ ਨਾਲ। ਮਸਕੀਨ ਜੀ ਦੀ ਕਥਾ ਤੋਂ ਬੜਾ ਪ੍ਰਭਾਵਿਤ ਸੀ, ਭਾਵੇਂ ਪੰਜਾਬੀ ਬੋਲ ਨਹੀਂ ਸੀ ਸਕਦਾ ਪਰ ਸੁਣਦਾ ਬਹੁਤ ਗੌਰ ਨਾਲ ਸੀ ਇਹ। ਅੰਗਰੇਜ਼ ਵੀ ਮਸਕੀਨ ਜੀ ਦੀ ਕਥਾ ਤੋਂ ਬੜੇ ਪ੍ਰਭਾਵਿਤ ਹੁੰਦੇ ਸਨ। ਇਹ ਮਸਕੀਨ ਜੀ ਦੀ ਕਿਤਨੀ ਉੱਚੀ ਅਵਸਥਾ ਸੀ। ਮਸਕੀਨ ਜੀ ਖੁਦ ਹੀ ਇਸ ਨੂੰ ਜਾਣ ਸਕਦੇ ਹਨ, ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਪਤਾ ਨਹੀਂ ਉਹਨੇ ਦੀ ਦ੍ਰਿਸ਼ਟੀ ਤੋਂ ਕੈਸਾ ਅੰਮ੍ਰਿਤ ਬਰਸਦਾ ਸੀ, ਉਹਨਾਂ ਦੀ ਰਸਨਾ ਤੋਂ ਕੈਸਾ ਅੰਮ੍ਰਿਤ ਬਰਸਦਾ ਸੀ, ਕਿਤਨੀ ਉਹਨਾਂ ਦੇ ਅੰਦਰ ਸਮਦ੍ਰਿਸ਼ਟੀ ਸੀ, ਸਾਰਿਆਂ ਨੂੰ ਨਾਲ ਲੈ ਕੇ ਚੱਲ ਪੈਂਦੇ ਸਨ ਮਸਕੀਨ ਜੀ। ਤਾਂ ਹੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਬ੍ਰਹਮ ਗਿਆਨੀ ਕਿਤਨੀ ਉੱਚੀ ਸੁੱਚੀ ਅਵਸਥਾ ਦਾ ਮਾਲਕ ਹੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਜਾਂ ਤੇ ਉਹ ਬ੍ਰਹਮ ਗਿਆਨੀ ਆਪ ਹੀ ਸਮਝ ਸਕਦਾ ਹੈ ਆਪਣੀ ਗਤ ਨੂੰ, ਆਪਣੀ ਉਸ ਅਵਸਥਾ ਨੂੰ, ਤੇ ਜਾਂ ਫਿਰ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਜਾਂ ਫਿਰ ਕੋਈ ਦੂਜਾ ਬ੍ਰਹਮ ਗਿਆਨੀ ਜਾਣ ਸਕਦਾ ਵੇ। ਹਰ ਕੋਈ ਨਹੀਂ ਜਾਣ ਸਕਦਾ ਇਸ ਨੂੰ। ਮਸਕੀਨ ਸਾਹਿਬ ਜੀ ਦੇ ਨਾਲ ਕਈ ਵਾਰੀ ਕੁਛ ਗਲਤ ਬੰਦੇ ਵੀ ਆ ਜਾਂਦੇ ਸਨ, ਪਰ ਮਸਕੀਨ ਜੀ ਦੀ ਸੰਗਤ ਕਰਕੇ, ਜੈਸੇ 8 ਧਾਤੂਆਂ ਨੇ ਜਿਹੜੀਆਂ ਪਾਰਸ ਦੇ ਨਾਲ ਅਗਰ ਛੂ ਜਾਣ ਤੇ ਉਹ ਸੋਨਾ ਬਣ ਜਾਂਦੀਆਂ ਨੇ, ਅਗਰ ਪਾਰਸ ਨਾਲ ਛੂ ਜਾਣ ਤੇ। ਇਸੇ ਤਰ੍ਹਾਂ ਹੀ ਕਈ ਮਸਕੀਨ ਜੀ ਦੇ ਨਾਲ ਗਲਤ ਬੰਦੇ ਵੀ ਆ ਜਾਂਦੇ ਸਨ, ਪਰ ਮਸਕੀਨ ਜੀ ਦੀ ਸੰਗਤ ਕਰਕੇ ਉਹਨਾਂ ਦਾ ਜੀਵਨ ਹੀ ਬਦਲ ਜਾਂਦਾ ਸੀ, ਜੀਵਨ ਬਦਲ ਜਾਂਦਾ ਸੀ। ਅਹਿਮਦਾਬਾਦ ਦੀ ਗੱਲ ਹੈ,
ਅਹਿਮਦਾਬਾਦ ਦੇ ਵਿੱਚ ਮਸਕੀਨ ਜੀ ਗਾਂਧੀ ਧਾਮ ਤੋਂ ਅਹਿਮਦਾਬਾਦ ਪਹੁੰਚੇ ਨੇ ਤੇ ਇੱਕ ਬਲਬੀਰ ਸਿੰਘ ਨਾਮ ਦਾ ਇੱਕ ਸੱਜਣ ਹੁੰਦਾ ਸੀ ਮਸਕੀਨ ਜੀ ਦੇ ਨਾਲ, ਜਿਹੜਾ ਮਸਕੀਨ ਜੀ ਦੀਆਂ ਕੈਸਟਾਂ ਵੇਚਿਆ ਕਰਦਾ ਸੀ, ਕੈਸਟਾਂ ਵੇਚਦਾ ਸੀ। ਉਹਨੇ ਅਹਿਮਦਾਬਾਦ ਦੇ ਵਿੱਚ ਕੈਸਟਾਂ ਜਦ ਵੇਚੀਆਂ, ਸਵੇਰ ਦੇ ਦੀਵਾਨ ਦੀ ਸਮਾਪਤੀ ਹੋਈ, ਕੁਛ ਹੋਰ ਵੀ ਉਸ ਕੋਲ ਮਾਇਆ ਕੁਛ ਪੁਰਾਣੀ ਸੀ, ਤਕਰੀਬਨ ਕੋਈ 9,000 ਰੁਪਈਆ ਉਹਦੇ ਬੈਗ ਦੇ ਵਿੱਚ ਸੀ। 9,000 ਰੁਪਈਆ ਬੈਗ ਉਹ ਲੈ ਕੇ ਆਪਣੇ ਕਮਰੇ ਦੇ ਵਿੱਚ ਆਇਆ। ਉਹਨੂੰ ਕੁਛ ਧਿਆਨ ਨਾ ਰਿਹਾ, ਕਮਰੇ 'ਚ ਬੈਗ ਰੱਖ ਕੇ ਤੇ ਚਾਹ ਪੀਣ ਚਲਾ ਗਿਆ। ਜਿਸ ਵਕਤ ਮਸਕੀਨ ਜੀ ਗਾਂਧੀ ਧਾਮ ਤੋਂ ਆਏ ਸਨ, ਅਹਿਮਦਾਬਾਦ ਤੋਂ ਗਾਂਧੀ ਧਾਮ ਦਾ ਕੋਈ ਨੌਜਵਾਨ ਮਸਕੀਨ ਜੀ ਦੇ ਕਾਫਲੇ ਦੇ ਨਾਲ ਰਲ ਗਿਆ, ਕਹਿੰਦਾ ਮੈਂ ਵੀ ਚੱਲਣਾ ਹੈ ਅਹਿਮਦਾਬਾਦ। ਉਹ ਜਿਹੜਾ ਗਾਂਧੀ ਧਾਮ ਤੋਂ ਚੱਲਿਆ ਸੀ ਨਾ, ਉਹਨੇ ਕਿਧਰੇ ਮੌਕਾ ਤਾੜਿਆ। ਬਲਵੀਰ ਸਿੰਘ ਨੇ ਜਿਹੜਾ ਬੈਗ ਰੱਖਿਆ ਸੀ ਨਾ, ਇਹਨੇ ਕਮਰੇ ਦੀ ਖਿੜਕੀ ਦਾ ਸ਼ੀਸ਼ਾ ਪਰੇ ਕਰਕੇ ਔਰ ਉਸ ਬੈਗ ਨੂੰ ਚੁਰਾ ਲਿਆ। ਜਦ ਕਮਰੇ ਵਿੱਚ ਆਏ ਤਾਂ ਪਤਾ ਲੱਗਾ ਕਿ ਬੈਗ ਗਾਇਬ ਹੋ ਗਿਆ ਵੇ, ਚੋਰੀ ਹੋ ਗਿਆ। ਰੌਲਾ ਪੈ ਗਿਆ ਸਭ ਪਾਸੇ। 9,000 ਰੁਪਈਆ ਬੜੀ ਰਕਮ ਹੁੰਦੀ ਸੀ, ਉਹ ਉਸ ਜ਼ਮਾਨੇ ਦੀ ਗੱਲ ਪੁਰਾਣੀ। ਇਹ ਕੋਈ 23 ਜਨਵਰੀ 2001 ਦਾ ਵਾਕਿਆ ਹੈ। 9,000 ਰੁਪਈਆ ਵਿੱਚ ਸੀ, ਸਾਰੇ ਰੌਲਾ ਪੈ ਗਿਆ। ਮਸਕੀਨ ਜੀ ਦੇ ਹੋਰ ਸਾਥੀ ਵੀ ਸਾਰੇ ਘਬਰਾ ਗਏ ਵੀ ਇਹ ਆਖਿਰ ਬੈਗ ਗਿਆ ਕਿੱਥੇ, ਅੱਜ ਤੱਕ ਕਦੀ ਐਸਾ ਹੋਇਆ ਨਹੀਂ ਹੈ। ਮਸਕੀਨ ਜੀ ਨੇ ਹਾਲਾਂਕਿ ਕੁਛ ਨਹੀਂ ਕਿਹਾ, ਪਰ ਫਿਰ ਵੀ ਸਾਰਿਆਂ ਨੇ ਆਪਣੀ ਆਪਣੀ ਤਲਾਸ਼ੀ ਆਪੇ ਹੀ ਦੇ ਦਿੱਤੀ ਵੀ ਤੁਸੀਂ ਚੈੱਕ ਕਰ ਸਕਦੇ ਹੋ, ਸਾਡੇ ਕੋਲ ਨਹੀਂ ਹੈ। ਆਪੇ ਤਲਾਸ਼ੀ ਦੇ ਦਿੱਤੀ। ਸਾਰਿਆਂ ਦੇ ਉੱਤੇ ਜਦ ਨਜ਼ਰ ਮਾਰੀ ਗਈ ਤਾਂ ਪਤਾ ਚੱਲਿਆ ਕਿ ਜਿਹੜਾ ਗਾਂਧੀ ਧਾਮ ਤੋਂ ਨਾਲ ਆਇਆ ਸੀ ਉਹ ਕਾਫਲੇ ਵਿੱਚ ਨਹੀਂ ਹੈ। ਉਹ ਕਿੱਥੇ ਗਿਆ? ਮਸਕੀਨ ਜੀ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਕਿ ਉਹ ਨੌਜਵਾਨ ਵੀ ਨਹੀਂ ਹੈ ਤੇ ਬੈਗ ਵੀ ਨਹੀਂ ਮਿਲਦਾ ਪਿਆ, 9,000 ਰੁਪਈਆ ਵਿੱਚ ਕੈਸਟਾਂ ਵੇਚੀਆਂ ਨੇ, ਉਹ ਸਾਰੀ ਮਾਇਆ ਉਹਦੇ ਵਿੱਚ ਹੈ। ਸੁਭਾਵਕ ਹੀ ਮਸਕੀਨ ਸਾਹਿਬ ਜੀ ਦੇ ਮੁਖ ਤੋਂ ਬਚਨ ਨਿਕਲਿਆ ਵੀ ਚਲੋ ਕੋਈ ਗੱਲ ਨਹੀਂ, ਜੇ ਗਿਆ ਤੇ ਆਪੇ ਆ ਜਾਏਗਾ, ਕੋਈ ਗੱਲ ਨਹੀਂ ਹੈ, ਤੁਸੀਂ ਜਾਓ ਸਾਰੇ ਆਪਣੇ ਆਪਣੇ ਕਮਰਿਆਂ ਦੇ ਵਿੱਚ ਆਰਾਮ ਕਰੋ, ਆਪਣੇ ਆਪਣੇ ਕੰਮ ਕਰੋ, ਆਪੇ ਆ ਜਾਏਗਾ, ਕੋਈ ਗੱਲ ਨਹੀਂ ਹੈ। ਸ਼ਾਮ ਨੂੰ ਇਹ ਨੌਜਵਾਨ ਵਾਕਈ ਆਪਣੇ ਆਪ ਹੀ ਆ ਗਿਆ ਹੈ। ਜਦੋਂ ਵਾਪਸ ਆਇਆ ਤਾਂ ਸਾਰਿਆਂ ਨੇ ਉਸ ਨੂੰ ਘੇਰ ਲਿਆ ਕਿ ਉਹ ਪੈਸੇ ਕਿੱਥੇ ਨੇ, ਬੈਗ ਕਿੱਥੇ ਹੀ। 2-3 ਘੰਟੇ ਤੱਕ ਵੱਖ-ਵੱਖ ਲੋਕ ਉਸ ਨੂੰ ਡਰਾਉਂਦੇ ਨੇ, ਧਮਕਾਉਂਦੇ ਨੇ, ਪੁੱਛਦੇ ਨੇ ਵੀ ਕਿੱਥੇ ਹੀ ਬੈਗ, ਪੈਸੇ ਕਿੱਥੇ ਨੇ, ਔਰ ਉਹ ਸੁੱਕੀ ਨਾ ਕਰੀ ਜਾਂਦਾ ਵੀ ਮੇਰੇ ਕੋਲ ਨਹੀਂ ਹਨ, ਮੇਰੇ ਕੋਲ ਪੈਸੇ ਨਹੀਂ ਨੇ, ਨਾ ਮੈਂ ਬੈਗ ਚੋਰੀ ਕੀਤਾ ਵੇ। ਕਹਿੰਦੇ ਨਾ ਨਾਲੇ ਚੋਰ ਤੇ ਨਾਲੇ ਚਤੁਰ, ਨਾਲੇ ਸਿਆਣਾ ਬਣਦਾ, ਪਰ ਸ਼ੱਕ ਸਾਰਿਆਂ ਦਾ ਉਸੇ ਦੇ ਉੱਤੇ ਹੀ ਸੀ। ਨਹੀਂ ਮੰਨਿਆ ਉਹ, ਸਾਰੇ ਮਿਲ ਕੇ ਉਸ ਨੂੰ ਮਸਕੀਨ ਜੀ ਦੇ ਕੋਲ ਲੈ ਗਏ। ਜਦ ਮਸਕੀਨ ਜੀ ਦੇ ਕੋਲ ਲੈ ਗਏ ਨਾ ਤਾਂ ਆਖਿਆ ਬੈਗ ਲੱਗਦਾ ਤੇ ਇਸੇ ਨੇ ਚੋਰੀ ਕੀਤਾ, ਪਰ ਇਹ ਮੰਨਦਾ ਨਹੀਂ ਪਿਆ ਹੈ, ਦੱਸਦਾ ਨਹੀਂ ਪਿਆ। ਜੇ ਤੁਸੀਂ ਕਹੋ ਤਾਂ ਇਸ ਨੂੰ ਅਸੀਂ ਫਿਰ ਕੁੱਟੀਏ, ਇਸ ਨੂੰ, ਇਹਨੂੰ ਮਾਰੀਏ, ਅਸੀਂ ਆਪੇ ਦੱਸੇਗਾ। ਫਿਰ ਪਤਾ ਨਹੀਂ ਮਸਕੀਨ ਜੀ ਨੇ ਕੈਸੀ ਦ੍ਰਿਸ਼ਟੀ ਉਹਦੇ ਉੱਤੇ ਕੀਤੀ ਹੈ। ਸਿਰਫ ਇਤਨਾ ਹੀ ਆਖਿਆ ਉਸ ਨੂੰ ਵੀ ਪੁਰਖਾ ਤੂੰ ਗੁਰੂ का ਸਿੱਖ ਹੈ, ਜੇ ਤੂੰ ਲਿਆ ਹੈ ਤਾਂ ਤੂੰ ਦੱਸ ਦੇ, ਅਸੀਂ ਤੈਨੂੰ ਕੁਛ ਨਹੀਂ ਕਹਿੰਦੇ, ਜੇ ਤੂੰ ਲਿਆ ਹੈ ਤਾਂ। ਉਹ ਜਿਹੜੇ 2-3 ਘੰਟੇ ਡਰਾ ਧਮਕਾ ਕੇ ਪੁੱਛ ਰਹੇ ਸਨ ਨਾ, ਉਹਨਾਂ ਨੂੰ ਕੁਛ ਨਹੀਂ ਦੱਸਿਆ,
पर मस्कीन जी दे सामने आके रोण लग पिया। कहंदा बाबा जी तुहाडे सामने आके हुण मेरे कोल झूठ बोलण दी हिम्मत नहीं है। हुण भावें मैं 3 घंटिਆਂ तो अपने आप नूं बचांदा पिया, पर हुण तुहाडे सामने आके पता नहीं तुसीं की कीता वे, मेरे कोल हुण हिम्मत नहीं है। हाँ वो बैग मैं ही चोरी कीता वे, वो मेरे कोल ही है। कित्थे है? 4 किलोमीटर दूर एक दरखत दे थल्ले मैं दबिया होया, उत्थों लै आउन्ने जाके। 2 बंदे नाल गए और वो बैग उत्थों कढ़ के लियांदा। जद बैग कढ़ के विचों पैसे गिने तो 7200 रुपये सन विच। ते मस्कीन जी ने पूछा भी बाकी पैसे कित्थे? नहीं, 9000 रुपये सन, बाकी पैसे कित्थे ने? कहंदा मैं कल्ला नहीं हाँ, 2-3 जने होर सन मेरे नाल, कुछ असी खा पी गए हाँ, कुछ वो अपने नाल लै गए ने, जितने है सन तुहाडे सामने रख दिते ने, हुण मेरे कोल होर कोई पैसा नहीं है। ਜਿਹੜੇ नाल दे साथी सन उन्हें आख्या महाराज हुणे 2 चपेड़ा मारदिया हुणे दस देगा बाकी पैसे भी कित्थे ने। मस्कीन जी कहंदे ने नहीं, इसनूं हुण मारना तो बड़ी दूर की गल है, हुण इसनूं कोई मंदा बोल भी ना बोले। 100 रुपये लवो और इसनूं बस स्टैंड ते लिजा के हुणे ही गांधी धाम दी बस विच बिठा के ते इनू अपने घर भेज दिओ तुसीं, पर इसनूं कुछ कहना नहीं है। हुण मस्कीन साहब जी दे सामने आंदियां ही उसका जिवें कोई सारा मन ही बदल गया उसका। ऐसी दृष्टि मस्कीन साहब जी दी होया करदी सी। ब्रह्म ज्ञानी सदा समदर्शी, ब्रह्म ज्ञानी की दृष्ट अमृत बरसी, सारियां नाल समदृष्ट इक्को जिहा प्यार करते सन मस्कीन साहब जी। उन्हां दी दृष्टि तो हमेशा अमृत ही बरसदा सी, बस हर वक्त अमृत। अमरीक सिंह मैनू गल सुना रहे सन, मेरी फ़ोन ते उन्हां नाल गल होंदी है। काफ़ी उन्होंने मस्कीन जी का जीवन लिख है जो दास कथा सरवण करांदा पिया, उन्होंने काफ़ी हैल्प की है। और वीर तलविंदर सिंह ने कुछ किताबां विचों दास ने इकट्ठा किया वे उन्हां दा जीवन। अमरीक सिंह जी अलवर वाले जो मस्कीन साहब जी की धर्म की भैन बनी हुई सी, उन्हां दा नाम सी बीबी बलवंत कौर जी। ये भी पिछों पाकिस्तान तो आए सन। इन्हां दा जिहड़ा इलाका सी वो डेरा इस्माइल खान सी। अलवर दे विच मस्कीन साहब जी नूं कुछ बच्चियां ने आके आख्या भी सानू पंजाबी कौन पढ़ाएगा, असी पंजाबी कित्थे पढ़ांगे जाके। मस्कीन जी ने एक व्योत बनाई भी, ये जो बीबी बलवंत कौर जी ने अमरीक सिंह जी दे माता जी, ये पंजाबी पढ़े हुए सन और बहुत अच्छी पढ़े हुए सन। मस्कीन जी ने अमरीक सिंह जी दे माता नूं बलवंत कौर जी नूं आख्या भी तुसीं इन्हां बच्चिआं नूं पंजाबी पढ़ाओ, गुरुद्वारे तुहानूं एक कमरा लै दिंदे आ, ये बच्चे पंजाबी पढ़ जान, सिक्खी नाल जुड़नगे। यही तो साडा मकसद है भी वध तो वध गुरु नाल जुड़न। एक कमरा उत्थे लै लिया और बच्चिआं नूं जिस वेले पता लगना शुरू होया कि पंजाबी पढ़ाई जा रही है, वधदियां कहंदे ने 300 बच्चे हो गए सन पढ़न वाले। और कुछ गुरुद्वारियां वालियां नूं भी खतरा लग्या भी किधरे साडे गुरुद्वारे ते मस्कीन कब्जा ही ना कर लवे। कुछ उन्होंने विरोधता की, कुछ बच्चे वधने शुरू हो गए, जगह छोटी पैण लग पई। मस्कीन जी ने फिर एक प्लाट खरीद के उत्थे कुछ कमरे बना के गुरु नानक पब्लिक स्कूल बनाया उत्थे अलवर दे विच। और गरीब बच्चियां कोलों फीस नहीं सी लई जाती, गरीब बच्चियां कोलों। मस्कीन साहब जी किताबां, कापियां और वर्दियां
ਮਸਕੀਨ ਜੀ ਆਪਣੇ ਕੋਲੋਂ ਆਪਣੀ ਮਾਇਆ ਦੇ ਵਿੱਚੋਂ ਉਹਨਾਂ ਦੀ ਸੇਵਾ ਕਰਿਆ ਕਰਦੇ ਸਨ। ਇੱਕ ਵਾਰੀ ਠੰਡ ਦੇ ਦਿਨਾਂ ਦੇ ਵਿੱਚ 35,000 ਰੁਪਏ ਦੇ ਸਵੈਟਰ ਖਰੀਦ ਕੇ ਤੇ ਬੱਚਿਆਂ ਨੂੰ ਵੰਡੇ ਸਨ। 35,000 ਦੇ ਮਸਕੀਨ ਸਾਹਿਬ ਜੀ ਨੇ। ਇਤਨਾ ਅੰਦਰ ਉਹਨਾਂ ਦੇ ਸਿੱਖੀ ਦੇ ਪ੍ਰਤੀ ਦਰਦ ਸੀ, ਗਰੀਬਾਂ ਨਾਲ ਇਤਨਾ ਪਿਆਰ ਕਰਦੇ ਸਨ, ਕਿਉਂਕਿ ਸਮਦ੍ਰਿਸ਼ਟੀ ਸੀ ਅੰਦਰ ਉਹਨਾਂ ਦੇ। ਅੰਮ੍ਰਿਤਸਰ ਜਦ ਅਸੀਂ ਇੱਕ ਵਾਰੀ ਗਏ ਸਾਂ, ਮੇਰੇ ਖਿਆਲ 2007 ਦੀ ਗੱਲ ਹੈ, ਇੱਕ ਬੀਬੀ ਨੇ ਮੈਨੂੰ ਰੋਂਦਿਆਂ ਹੋਇਆਂ ਦੱਸਿਆ ਸੀ ਉੱਥੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ 'ਤੇ। ਕਹਿੰਦੀ ਅਸੀਂ ਬਹੁਤ ਗਰੀਬ ਸਾਂ, ਬਹੁਤ ਗਰੀਬ, ਤੇ ਸਾਡੀ ਸ਼ਰਧਾ ਸੀ ਕਿ ਮਸਕੀਨ ਜੀ ਨੂੰ ਪ੍ਰਸ਼ਾਦਾ ਛਕਾਈਏ ਆਪਣੇ ਘਰ ਲਿਜਾ ਕੇ। ਪਰ ਮਸਕੀਨ ਜੀ ਦੇ ਨਾਲ ਸਾਥੀ ਬੜੇ ਹੁੰਦੇ ਸਨ। ਜਿਹੜੀ ਮਸਕੀਨ ਕੁਟੀਆ ਬਣੀ ਹੋਈ ਹੈ ਨਾ, ਕੋਈ 12-15 ਕਮਰੇ ਨੇ ਉੱਥੇ, ਇਹ ਸਾਰੇ ਕਮਰੇ ਫੁੱਲ ਭਰੇ ਹੁੰਦੇ ਸਨ। ਮਸਕੀਨ ਜੀ ਦਾ ਪਰਿਵਾਰ ਵੀ ਉੱਥੇ ਆ ਜਾਂਦਾ ਸੀ, ਹੋਰ ਨਾਲ ਕਥਾਵਾਚਕ, ਕੀਰਤਨੀਏ, ਕੁਝ ਸੰਗਤਾਂ ਦੇ ਵੀ ਸਰੀਰ ਵਿੱਚ ਸ਼ਾਮਲ ਹੋ ਜਾਂਦੇ ਸਨ ਮਸਕੀਨ ਜੀ ਦੀ ਕਥਾ ਸੁਣਨ ਵਾਸਤੇ। ਬਹੁਤ ਗਿਣਤੀ ਦੇ ਵਿੱਚ ਸਰੀਰ ਸਾਰੇ ਇਕੱਠੇ ਹੋ ਜਾਂਦੇ ਸਨ। ਉਸ ਬੀਬੀ ਨੇ ਦੱਸਿਆ ਵੀ ਸਾਡੀ ਇਤਨੀ ਸਮਰੱਥਾ ਨਹੀਂ ਸੀ, ਇੱਕ ਤੇ ਘਰ ਸਾਡਾ ਬੜਾ ਛੋਟਾ ਸੀ ਔਰ ਪੁਰਾਣਾ ਘਰ, ਗਰੀਬੀ ਘਰ ਵਿੱਚ ਪ੍ਰਸ਼ਾਦਾ ਛਕਾਣਾ ਮਸਕੀਨ ਜੀ ਨੂੰ ਤੇ ਇਤਨੇ ਸਾਥੀਆਂ ਨੂੰ ਅਸੀਂ ਛਕਾ ਨਹੀਂ ਸਕਦੇ। ਕਹਿੰਦੇ ਨੇ ਮਸਕੀਨ ਜੀ ਨੂੰ ਅਸੀਂ ਬੇਨਤੀ ਕੀਤੀ ਵੀ ਤੁਹਾਨੂੰ ਅਸੀਂ ਪ੍ਰਸ਼ਾਦਾ ਛਕਾਣਾ ਹੈ, ਪਰ ਤੁਹਾਡੇ ਸਾਥੀਆਂ ਨੂੰ ਅਸੀਂ ਨਹੀਂ ਛਕਾ ਸਕਦੇ ਕਿਉਂਕਿ ਇਤਨੀ ਸਾਡੀ ਸਮਰੱਥਾ ਨਹੀਂ ਹੈ। ਮਸਕੀਨ ਜੀ ਕਹਿੰਦੇ ਨੇ ਕੋਈ ਗੱਲ ਨਹੀਂ ਹੈ, ਤੁਸੀਂ ਤਿਆਰੀ ਕਰੋ, ਅਸੀਂ ਤੁਹਾਡੇ ਘਰ ਪ੍ਰਸ਼ਾਦਾ ਛਕਣ ਜਾਵਾਂਗੇ ਔਰ ਮੈਂ ਇਕੱਲਾ ਹੀ ਆਵਾਂਗਾ, ਹੋਰ ਕੋਈ ਨਹੀਂ ਆਏਗਾ ਨਾਲ। ਉਸ ਬੀਬੀ ਨੇ ਦੱਸਿਆ, ਕਹਿੰਦੀ ਉਸ ਦਿਨ ਮਸਕੀਨ ਸਾਹਿਬ ਜੀ ਨੇ ਕਿਸੇ ਵੱਡੇ ਘਰ ਦੇ ਵਿੱਚ ਸਾਰਿਆਂ ਦਾ, ਜਿਨ੍ਹਾਂ ਦਾ ਪ੍ਰਸ਼ਾਦਾ ਰੱਖਿਆ ਹੋਇਆ ਸੀ, ਉੱਥੇ ਪ੍ਰਸ਼ਾਦਾ ਛਕਣ ਜਾਣਾ। ਵੱਡੀਆਂ ਵੱਡੀਆਂ ਕਾਰਾਂ ਲੈਣ ਵਾਸਤੇ ਖਲੋਤੀਆਂ ਨੇ, ਵੱਡੀਆਂ ਵੱਡੀਆਂ ਕਾਰਾਂ। ਤਾਂ ਮਸਕੀਨ ਜੀ ਨੇ ਆਪਣੇ ਸਾਰੇ ਸਾਥੀਆਂ ਨੂੰ ਆਖਿਆ ਵੀ ਤੁਸੀਂ ਚਲੋ ਪ੍ਰਸ਼ਾਦਾ ਛਕੋ, ਮੈਨੂੰ ਥੋੜ੍ਹਾ ਜਿਹਾ ਕੰਮ ਹੈ, ਮੈਂ ਉਹ ਨਿਮਟਾ ਕੇ ਤੇ ਫਿਰ ਆ ਜਾਣਾ ਵਾ। ਸਾਰਿਆਂ ਨੂੰ ਉੱਥੇ ਭੇਜ ਕੇ ਮਸਕੀਨ ਜੀ, ਉਹ ਬੀਬੀ ਕਹਿੰਦੀ ਹੈ ਸਾਡੇ ਕੋਲ ਬੜਾ ਪੁਰਾਣਾ ਜਿਹਾ ਇੱਕ ਸਕੂਟਰ ਹੁੰਦਾ ਸੀ, ਉਸ ਸਕੂਟਰ ਦੇ ਉੱਤੇ ਬੈਠ ਕੇ ਸਾਡੇ ਘਰ ਵਿੱਚ ਆ ਗਏ ਔਰ ਬੜੀ ਖੁਸ਼ੀ ਦੇ ਨਾਲ ਪ੍ਰਸ਼ਾਦਾ ਛਕਿਆ। ਕਹਿੰਦੀ ਸਾਨੂੰ ਵਿਸ਼ਵਾਸ ਨਹੀਂ ਸੀ ਹੁੰਦਾ ਵੀ ਮਸਕੀਨ ਜੀ ਸਾਡੇ ਘਰ ਬੈਠੇ ਹੋਏ ਨੇ, ਔਰ ਨਾਲ ਉਹ ਰੋਈ ਜਾਵੇ। ਆਪੇ ਹੀ ਉਹਨਾਂ ਨੇ, ਮਸਕੀਨ ਜੀ ਨੇ ਅਰਦਾਸ ਕੀਤੀ, ਮਹਾਰਾਜ ਪਰਿਵਾਰ 'ਤੇ ਕਿਰਪਾ ਕਰੋ। ਕਹਿੰਦੀ ਹੈ ਹੁਣ ਸਾਡੇ ਕੋਲ ਬਹੁਤ ਵੱਡਾ ਘਰ ਹੈ, ਪਰ ਹੁਣ ਮਸਕੀਨ ਜੀ ਨਹੀਂ ਹਨ। ਇਹ ਉਹਨਾਂ ਦੀ ਚਰਨ ਬੋਸੀ ਦੇ ਨਾਲ ਸਾਨੂੰ ਇਹ ਬਰਕਤਾਂ ਪ੍ਰਾਪਤ ਹੋਈਆਂ ਨੇ। ਐਸੀ ਮਹਾਨ ਹਸਤੀ ਮਸਕੀਨ ਸਾਹਿਬ ਜੀ ਦੀ। ਮੈਂ ਅਰਜ਼ ਕਰ ਰਿਹਾ ਸਾਂ ਕਿ ਅਲਵਰ ਤੋਂ ਅਮਰੀਕ ਸਿੰਘ ਤੇ ਮਸਕੀਨ ਜੀ ਕਾਰ ਦੇ ਵਿੱਚ ਬੈਠ ਕੇ ਸ਼ਾਮ ਦੇ ਵਕਤ ਦਿੱਲੀ ਜਾ ਰਹੇ ਹਨ। ਦਿੱਲੀ ਅਲਵਰ ਤੋਂ ਨਿਕਲੇ ਸਨ ਕਿ ਥੋੜ੍ਹੀ ਦੂਰ ਦੇ ਉੱਤੇ ਇੱਕ ਨੌਗਾਵਾਂ ਪਿੰਡ ਆਉਂਦਾ, ਉਸ ਤੋਂ ਥੋੜ੍ਹਾ ਜਿਹਾ ਅੱਗੇ ਚੱਲ ਕੇ ਦੋ ਬੰਦਿਆਂ ਨੇ ਕਾਰ ਨੂੰ ਹੱਥ ਦਿੱਤਾ। ਮਸਕੀਨ ਜੀ ਕੋਲ ਕਾਰ ਹੁੰਦੀ ਸੀ, ਐਂਬੈਸਡਰ ਕਾਰ, ਜਿਸ ਨੂੰ ਪੰਥਕ ਗੱਡੀ ਵੀ ਕਿਹਾ ਜਾਂਦਾ ਸੀ। ਕਾਫੀ ਰਾਗੀ ਪ੍ਰਚਾਰਕ ਵੀ ਉਸ ਗੱਡੀ ਦੇ ਵਿੱਚ ਮਸਕੀਨ ਜੀ ਦੇ ਨਾਲ ਸਫ਼ਰ ਕਰਦੇ ਸਨ। ਚਲਾਉਂਦੇ ਮਸਕੀਨ ਜੀ ਆਪ ਹੀ ਸਨ। ਉਸ ਨੂੰ ਦੋ ਬੰਦਿਆਂ ਨੇ ਹੱਥ ਦਿੱਤਾ ਤੇ ਮਸਕੀਨ ਜੀ ਸੋਚਦੇ ਨੇ ਸ਼ਾਮ ਦਾ ਵਕਤ ਹੈ, ਪਤਾ ਨਹੀਂ ਹੁਣ ਇਹਨਾਂ ਨੇ ਘਰ ਜਾਣਾ, ਬੱਚੇ ਇਹਨਾਂ ਦੇ ਉਡੀਕਦੇ ਹੋਣੇ ਨੇ। ਕੋਈ ਜ਼ਿਆਦਾ ਬੱਸਾਂ ਤੇ ਉਸ ਟਾਈਮ 'ਤੇ ਚਲਦੀਆਂ ਨਹੀਂ ਸਨ, ਕੋਈ ਸਾਧਨ ਜ਼ਿਆਦਾ ਨਹੀਂ ਸਨ ਹੁੰਦੇ। ਮਸਕੀਨ ਜੀ ਨੇ ਤਰਸ ਖਾ ਕੇ ਉਹਨਾਂ ਦੋਨਾਂ ਨੂੰ ਆਪਣੇ ਨਾਲ ਬਿਠਾ ਲਿਆ। ਪਿਛਲੀਆਂ ਸੀਟਾਂ 'ਤੇ ਉਹ ਦੋਨੋਂ ਬੈਠੇ ਨੇ ਤੇ ਅਗਲੀਆਂ ਸੀਟਾਂ ਦੇ ਉੱਤੇ ਮਸਕੀਨ ਜੀ ਬੈਠੇ ਚਲਾ ਰਹੇ ਨੇ ਗੱਡੀ, ਤੇ ਨਾਲ ਅਮਰੀਕ ਸਿੰਘ ਬੈਠੇ ਹੋਏ ਨੇ। ਸ਼ਾਮ ਦਾ ਵਕਤ
तो जब उन्होंने बिठा लिया ना तो मस्कीन जी कहते ने भी बेटा रहरास कर लीए। रहरास साहब का पाठ शुरू कर दिता है। एक पंक्ति मस्कीन जी बोलते ने, एक पंक्ति अमरीक सिंह बोलते ने नाल, और बड़ी लय दे विच मस्कीन जी पाठ करया करते सन, बड़े सहज दे विच, आनंद दे विच। गड्डी चलती जा रही है, पाठ हो गया। पाठ की समाप्ति तो बाद मस्कीन जी ने गड्डी चलांदियां चलांदियां ही गुरु चरनां दे विच अरदास कीती। अरदास करके जद फतेह बुलाई ना तो जिहड़े पिछे दो बैठे सन उन्होंने रौला पा दिता, कहंदे ने गड्डी रोको। मस्कीन जी कहंदे ने तुसी जिथे जाना मैं, जिस पिंड विच जाना है उत्ते अजे अगे है, तुसी तुहानूं उतार देंगे उत्थे, तुसी इत्थे क्यों उतरना चाहते हो, हुण तां अंधेरा भी हो गया वे। वो दोनों जिहड़े नाल बैठे सन, जिहड़े दोनों नाल बैठे सन, उन्होंने आख्या भी आप जो समझ रहे हैं हम वो नहीं हैं, हमें कहीं नहीं जाना है, यहीं उतार दो। मस्कीन जी ने आख्या भी गल की है, तुसी क्या सी भी पिंड विच जाना है, उत्थे सानू उतार दिओ, असी उतार देंगे तुहानू, गल की है, गल ते दसो तुसी। कहंदा बाबा जी हम लुटेरे हैं, डाकू हैं हम, हमें कहीं नहीं जाना है, हम तो आपकी गाड़ी में इसलिए बैठे थे आपको लूटने के लिए। हम तो लुटेरे हैं, गाड़ियों में बैठ जाते हैं और रास्ते में उनको रोक के कुछ हथियार दिखा के और उनको लूट लेते, यही हमारा पेशा है। पर हम आपको क्या लूटेंगे, आज तो हम खुद ही लुट गए हैं। मस्कीन जी ने आख्या भी वो किस तरह? कहंदे भी ये जिहड़ा तुसी कलाम पढ़िया ना, क्योंकि वो मुसलमान सन दोनों, कहंदे जिहड़ा तुसी कलाम पढ़िया जदों दा तुसी शुरू कीता है ना, साडियां अखां दे सामने खुदा दा खौफ चलदा पिया वे, साडा ते इत्थे बहना मुश्किल हो गया वे। थल्ले उतर के कार तो मस्कीन जी दे चरनां ते ला के हथ, कहंदे ने असी अज तो तौबा करदे हां, कदी भी ये काम नहीं करांगे, तुसी सानू इत्थे ही छोड़ के जाओ, तुसी इत्थे ही उतार दिओ तुसी। मस्कीन जी ने गुरु नानक सच्चे पातशाह का शुकराना किया, वाह सच्चे पातशाह कमाल तेरियां रहमतां हन। जद गड्डी विच बैठ के अगे जान लगे ना तो अमरीक सिंह कहंदे ने मामा जी तुहाडी संगत करके देखो डाकू भी संत बन गए ने। वो मामा जी क्या करते सन, तुहाडी संगत करके डाकू भी संत बन गए ने। तो मस्कीन जी कहंदे ने नहीं पुरखा, ये तो मेरे गुरु नानक दी बाणी है, जिस दे विच इतनी शक्ति है कि जिन मानस ते देवते किए करत न लागी बार। ये तो गुरु नानक दी बाणी दा असर है, साडा कोई असर नहीं है। मस्कीन साहब जी इतने समदृष्ट सन, सारियां नाल इक्को जिहा प्यार करते सन। उन्हां दी संगत दे विच आके चोर डाकू भी संत बन जाया करते सन। मस्कीन साहब जी दे हर एक दे प्रति अपने मन दे विच बड़ा दर्द रखिया करते सन। मस्कीन जी हर एक दे प्रति। एक शायर कहंदा, जिन्हें महसूस इंसानों के रंजो गम नहीं होते, वो इंसान भी पत्थरों से कम नहीं होते। वो भी पत्थरां तो कोई घट नहीं होंदे हन। जिहड़ा बंदा बंदे दे दर्द नूं ना समझ सकदा होवे, जिस बंदे नूं बंदे विच खुदा रब दिखाई ना देवे, वो बंदा नहीं हो सकता है। वो मस्कीन साहब जी दे नाल इस तरह कई गलत बंदे भी आके सीधे रस्ते ते आप ही पै जाया करते सन। मस्कीन जी नूं कोई विशेष तौर ते उन्हां नाल कोई उपदेश भी नहीं सी देना पैंदा है।
क्योंकि नदी संत अर मेघला चले भुयंगम चाल, जह जह ग्राम पग तरे करत निहाल निहाल। नदी संत अर मेघला, नदी जिथों भी निकलती है ना, इलाके की धरती नूं वो सरसब्ज कर देंदी है, ठंड पा देंदी है, तरबतर कर देंदी है। बदल भी जिथों भी निकलते हैं ना, उस इलाके नूं फिर तरबतर कर देंदे हन। इसे तरह ही संत भी जिथों भी निकलते हैं, जिथे भी उन्हां दे चरण पैंदे हन, निहाल 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 कर देंदे ने। फिर मस्कीन जी दे कोल इंदौर दे विच एक जैनी साधु आया करदा सी। जैन साधु, ब्रह्म ज्ञानी, सदा समदर्शी। ये जैनी सी तो मस्कीन जी नूं आके कहंदा, मस्कीन जी तुहाडे नाल एक गल करनी है, तुसीं पहले सारियां नूं बाहर कढ दिओ। मस्कीन जी ने सब नूं बाहर कर दिता। कहंदा, मस्कीन जी सिमरन करदियां करदियां मेरे अंदर समदृष्टि आ गई है। मैं तकरीबन हर धर्म दे मंत्र नूं जप के देखिया वे। हर धर्म दे, मुसलमानां दा भी जो अल्लाहू मंत्र है उसका भी मैं जप कीता है। सिखां दा मंत्र है वाहिगुरू, मैं उसका भी जप कीता है। होर भी कई धर्मां दे मंत्रां दे जप करके देखे ने, पर दो मंत्र ऐसे ने जिहड़े मन दे उत्ते बड़ी जल्दी चोट पहुँचाते हैं ते मन बड़ी जल्दी जाग जाता है, जल्दी जाग जाता है। मस्कीन जी ने पूछा, वो मंत्र किहड़े ने? कहंदा, एक तां अल्लाहू ते एक वाहिगुरू। तकरीबन बोलण विच भी दोनों इक्को जिहे ही ने। कहंदा, पर मैं जैनी साधु हाँ, कुछ समाजिक पाबंदियां हन मेरे उत्ते। मैं तुहाडे नाल ये गल सांझी करनी है कि वाहिगुरू मंत्र एक ऐसा मंत्र है जिहड़ा सब तो जल्दी मन दे उत्ते चोट करदा है और सुत्तियां हुईयां शक्तियां नूं जगा दिंदा है। ये मैं तुहाडे नाल साझा करना है, क्योंकि ब्रह्म ज्ञानी की गत ब्रह्म ज्ञानी जाने। बड़ा वो पहुंचा होया सी, कथा सुनन वास्ते भी आउंदा सी। तो मस्कीन जी ने आख्या, ही पुरखा तू जैनी हो के ते सिखां दे मंत्र नूं जपदा पिया, सिख हो के भी सिखां दे मंत्र नूं नहीं जपदे हन। सिख हो के भी मैं ये गल सिखां नूं जरूर कहांगा वे देखो वाहिगुरू मंत्र दे विच कितनी ताकत है, कितनी शक्ति है। ऐसियां ऐसियां आत्मावां मस्कीन साहब जी नूं आपे आके मिल जांदियां सन, क्योंकि मस्कीन साहब जी खुद एक इतनी उच्ची सुची आत्मा, कितनी उच्ची उन्हां दी अवस्था सी, ये मस्कीन साहब जी खुद ही जान सकते हैं। साडे वास्ते उन्हां नूं बयान करना एक बहुत ही औखा काम है। ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने। ये असी बयान नहीं कर सकते हैं मस्कीन साहब जी कितनी उच्ची और सुच्ची आत्मा सन, जिन्हां दे नाल कई तरह के लोग आके चलते सन और अपनी मंजिल तक पहुँचते सन। बाकी विचार फिर कल आप जी के सन्मुख रखण की निमाणी कोशिश करांगे। सतगुर सच्चे पातशाह जी कृपा करन, उन्हां दे जीवन विचों कुछ शिक्षा साडे भी जीवन विच आ जाए तो साडा भी जीवन बदल जाए। सतगुरु ऐसी दात साडी झोली विच पाण, भुल्लां चुक्कां दी क्षमा। सारियां दा धन्नवाद। वाहिगुरू जी का खालसा, वाहिगुरू जी की फतेह।